ਜੀ ਇਤਿਹਾਸ ਦੇ ਵਿੱਚ ਹੋਰ ਬਹੁਤ ਸ਼ਾਨਾਮੱਤੀ ਸ਼ਖਸੀਅਤਾਂ ਹੈਗੀਆਂ। ਕੋਈ ਐਸਾ ਕੀ ਖਾਸ ਕਾਰਨ ਕਿ ਤੁਹਾਨੂੰ ਬਾਬਾ ਜੀਵਨ ਸਿੰਘ ਜੀ ਯਾਨੀ ਕਿ ਭਾਈ ਜੈਤਾ ਜੀ ਦਾ ਜੀਵਨ ਹੀ ਚੁਣਿਆ ਕਿ PhD ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੇ ਕਰਨੀ ਹੈ? ਇੰਨੇ ਵੱਡਾ ਮਹਾਨਾਇਕ ਹੈ ਇਹ। ਹਰ ਜਗ੍ਹਾ ਤੇ ਜਾਣਾ ਪਿਆ, ਜਿੱਥੋਂ ਵੀ ਮੈਨੂੰ ਮਿਲਦੇ ਸੀਗੇ, ਜਿੱਥੋਂ ਵੀ ਮੈਨੂੰ ਕੋਈ ਕਹਿੰਦਾ ਸੀ ਵੀ ਇੱਥੇ ਉਹ ਨਿਹੰਗ ਸਿੰਘ ਹੈਗੇ ਆ ਜਾਂ ਇੱਥੋਂ ਮਿਲ ਸਕਦਾ ਤੁਹਾਨੂੰ ਕੁਛ। ਜੇ ਆਪਾਂ ਇਸ ਇੰਟਰਵਿਊ ਦੇ ਦੌਰਾਨ ਇਹ ਕੁਐਸਚਨ ਨਾ ਕਰੀਏ, ਸ਼ਾਇਦ ਸਾਡੀ ਇੰਟਰਵਿਊ ਦਾ ਜਿਹੜਾ ਹੈ ਅਸਲ ਮਕਸਦ ਵੀ ਪੂਰਾ ਨਾ ਹੋਵੇ। ਬਾਬਾ ਜੀ ਦੇ ਜੀਵਨ ਸੰਬੰਧੀ ਕੁਝ ਮਤਭੇਦ ਹੈਗੇ ਆ, ਜਿਵੇਂ ਕਿ ਉਹਨਾਂ ਦੀ ਸ਼ਹਾਦਤ ਸੰਬੰਧੀ ਤੇ ਸ਼ਹਾਦਤ ਸਥਾਨ ਸੰਬੰਧੀ। ਇਸ ਸੰਬੰਧੀ ਤੁਹਾਡੀ ਖੋਜ ਕੀ ਕਹਿੰਦੀ ਆ? ਜੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਉਹ ਦਿਖਾ ਵੀ ਸਕਦੀ। ਇਹ ਉਹਨਾਂ ਦੀ ਹੱਥ ਲਿਖਤ ਕਿਤਾਬ ਹੈ ਜਿਹੜੀ ਮੇਰੇ ਕੋਲ ਆਈ ਹੈ। ਹਾਂਜੀ, ਇਹ ਆ ਦੇਖੋ, ਇਹ ਉਹਨਾਂ ਦਾ ਹੱਥ ਲਿਖਿਆ ਹੋਇਆ ਗ੍ਰੰਥ ਹੈ। ਉਹਨਾਂ ਦਾ ਆਪਣਾ ਹੱਥ ਲਿਖਿਆ ਹੋਇਆ, ਜਿਹੜਾ ਕਿ ਬਹੁਤ ਹੀ ਦੁਰਲਭ ਹੈ। ਕਿ ਕਿੱਦਾਂ ਦੇ ਗੁਰੂ ਗੋਬਿੰਦ ਸਿੰਘ ਜੀ ਦਿਖਦੇ ਸੀਗੇ, ਉਹਨਾਂ ਦੀਆਂ ਅੱਖਾਂ ਕਿੱਦਾਂ ਦੀਆਂ ਸੀ, ਉਹਨਾਂ ਦੇ ਹੱਥ ਕਿੱਦਾਂ ਦੇ ਸੀ, ਉਹ ਕਿਸ ਤਰ੍ਹਾਂ ਗੱਲ ਕਰਦੇ ਸੀਗੇ, ਇੱਕ ਇੱਕ ਵਾਲ ਕਿੱਦਾਂ ਦੇ ਸੀ, ਉਹਨਾਂ ਦੇ ਇੱਕ ਇੱਕ ਚੀਜ਼ ਬਾਰੇ ਉਹਨਾਂ ਬਾਰੇ ਦੱਸਿਆ ਗਿਆ ਹੋਇਆ। ਮਤਲਬ ਜੇ ਕੋਈ ਅੱਛਾ ਪੇਂਟਰ ਮਿਲੇ ਤੇ ਆਪਾਂ ਉਹਦੇ ਤੋਂ ਇਹ ਬਣਵਾਈਏ ਪੋਰਟਰੇਟ ਗੁਰੂ ਗੋਬਿੰਦ ਸਿੰਘ ਜੀ ਦਾ, ਤੇ ਸੰਜੀਵ ਰੂਪ ਨਿਕਲ ਕੇ ਸਾਹਮਣੇ ਆਏਗਾ ਗੁਰੂ ਗੋਬਿੰਦ ਸਿੰਘ ਜੀ। ਤੁਸੀਂ ਸ਼ਰਮਾ ਪਰਿਵਾਰ ਨੂੰ ਬਿਲੋਂਗ ਕਰਦੇ ਹੋ। ਜਦੋਂ ਤੁਸੀਂ ਇਹ ਕਿਤਾਬ ਲਿਖ ਰਹੇ ਸੀਗੇ, ਉਦੋਂ ਤੁਹਾਨੂੰ ਤੁਹਾਡੇ ਕਿਸੇ ਫੈਮਿਲੀ ਮੈਂਬਰ ਜਾਂ ਕਿਸੇ ਪਰਿਵਾਰਕ ਨੇ ਨਹੀਂ ਕਿਹਾ ਵੀ ਤੁਸੀਂ ਕਿਹੜੇ ਪਾਸੇ ਹੋ, ਕੋਈ ਹੋਰ ਕਿਤਾਬ ਆਪਣੇ ਧਰਮ ਨਾਲ ਸੰਬੰਧਿਤ ਉਹਦੇ ਤੇ PhD ਕਰੋ? ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਪਿਛਲੇ ਦਿਨੀ ਇੱਕ ਪੋਸਟ ਬਹੁਤ ਵਾਇਰਲ ਹੁੰਦੀ ਹੈ ਕਿ ਇੱਕ ਬੀਬੀ ਨੇ ਭਾਈ ਜੈਤਾ ਜੀ ਉੱਤੇ ਯਾਨੀ ਕਿ ਬਾਬਾ ਜੀਵਨ ਸਿੰਘ ਜੀ ਉੱਤੇ ਇੱਕ PhD ਕੀਤੀ ਹੈ, ਤੇ ਲੋਕਾਂ ਨੇ ਬਹੁਤ ਜ਼ਿਆਦਾ ਉਸ ਤੇ ਕਮੈਂਟ, ਬਹੁਤ ਜ਼ਿਆਦਾ ਟਿੱਪਣੀਆਂ, ਲਾਈਕ ਵਗੈਰਾ ਕੀਤੇ। ਮੈਂ ਕੋਸ਼ਿਸ਼ ਕੀਤੀ ਕਿ ਲੱਭਿਆ ਜਾਵੇ, ਤੇ ਸਾਨੂੰ ਅੱਜ ਮਿਲੇ ਨੇ ਡਾਕਟਰ ਰਾਗਨੀ ਸ਼ਰਮਾ ਜੀ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਸਫ਼ਰ, PhD ਤੇ ਜਿਹੜੇ ਕਿਹਾ ਜਾਂਦਾ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਉੱਤੇ ਪਹਿਲੀ PhD ਹੈ। ਆਪਾਂ ਬਾਬਾ ਜੀ ਦੇ ਜੀਵਨ ਬਾਰੇ ਤੇ ਇਹਨਾਂ ਦੀਆਂ ਜੋ ਔਕੜਾਂ ਇਹਨਾਂ ਨੂੰ ਆਈਆਂ, ਇਸ ਸੰਬੰਧੀ ਸਾਰੀ ਗੱਲਬਾਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਕੀ ਹਾਲ ਹੈ ਤੁਹਾਡਾ ਜੀ? ਬਿਲਕੁਲ ਠੀਕ ਹੈ ਵੀਰ ਜੀ, ਬਿਲਕੁਲ ਠੀਕ ਠਾਕ ਹੈ ਜੀ। ਭੈਣ ਜੀ, ਇਤਿਹਾਸ ਦੇ ਵਿੱਚ ਹੋਰ ਬਹੁਤ ਸ਼ਾਨਾਮੱਤੀ ਸ਼ਖਸੀਅਤਾਂ ਹੈਗੀਆਂ। ਕੋਈ ਐਸਾ ਕੀ ਖਾਸ ਕਾਰਨ ਕਿ ਤੁਹਾਨੂੰ ਬਾਬਾ ਜੀਵਨ ਸਿੰਘ ਜੀ ਯਾਨੀ ਕਿ ਭਾਈ ਜੈਤਾ ਜੀ ਦਾ ਜੀਵਨ ਹੀ ਚੁਣਿਆ ਕਿ PhD ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੇ ਕਰਨੀ ਹੈ? ਵੀਰ ਜੀ, ਇਹਦੇ ਵਿੱਚ ਐਕਚੁਅਲੀ ਆਪਾਂ ਬਾਬਾ ਜੀਵਨ ਸਿੰਘ ਜੀ ਬਾਰੇ ਪੜ੍ਹਦੇ ਹਾਂ, ਭਾਈ ਜੈਤਾ ਜੀ ਬਾਰੇ ਪੜ੍ਹਦੇ ਹਾਂ ਕਿ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ, ਹਿੰਦ ਦੀ ਚਾਦਰ ਜੀ ਦਾ ਸੀਸ ਲੈ ਕੇ ਆਏ, ਹਨਾ। ਤੇ ਜਦੋਂ ਆਪਾਂ ਪੜ੍ਹਦੇ ਹਾਂ, ਆਪਾਂ ਸਿਰਫ ਇੰਨਾ ਕੀ ਪੜ੍ਹਦੇ ਹਾਂ, ਸਕੂਲਾਂ ਕਾਲਜਾਂ 'ਚ ਵੀ ਇੰਨਾ ਕੀ ਪੜ੍ਹਾਇਆ ਜਾਂਦਾ ਸੀਗਾ, ਤੇ ਮੈਂ ਵੀ ਉਸ ਸਮੇਂ ਦੌਰਾਨ ਇੰਨਾ ਕੀ ਪੜ੍ਹੀ। ਔਰ ਜਦੋਂ ਮੈਂ ਪੜ੍ਹੀ ਤੇ ਇੱਕ ਦਿਨ ਮੇਰੇ ਦਿਮਾਗ 'ਚ ਆਇਆ ਪੜ੍ਹਦੇ ਪੜ੍ਹਦੇ ਕਿ ਦੇਖੋ, ਮੁਗਲਾਂ ਦਾ ਰਾਜ ਹੋਵੇ, ਉਹ ਵੀ ਔਰੰਗਜ਼ੇਬ ਦਾ, ਕਿੰਨਾ ਜ਼ਾਲਮ ਰਾਜਾ। ਇਹ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ, ਬੱਚੇ ਬੱਚੇ ਨੂੰ ਪਤਾ ਇਸ ਚੀਜ਼ ਬਾਰੇ, ਹਨਾ। ਤੇ ਮੈਂ ਸੋਚਿਆ ਵੀ ਏਡੀ ਵੱਡੀ ਸ਼ਖਸੀਅਤ ਹੈ ਉਹ, ਤੇ ਉਹ ਸੀਸ ਲੈ ਕੇ ਆਏ ਤੇ ਉਹਨਾਂ ਨੇ ਕਿਵੇਂ ਸੀਸ ਚੱਕਿਆ ਹੋਊਗਾ ਇੰਨੇ ਪਹਿਰੇ ਦੇ ਵਿੱਚੋਂ, ਕਿੰਨਾ ਸਖਤ ਪਹਿਰਾ ਹੋਊਗਾ ਦਿੱਲੀ ਦੇ ਵਿੱਚ ਉਦੋਂ ਦੈਟ ਟਾਈਮ ਦੇ ਵਿੱਚ, ਹਨਾ। ਤੇ ਕਿਵੇਂ ਚੱਕਿਆ ਹੋਊਗਾ, ਉਹਨਾਂ ਨੇ ਕੀ ਪਲੈਨਿੰਗ ਕੀਤੀਆਂ ਹੋਣਗੀਆਂ, ਕਿਵੇਂ ਗਏ ਹੋਣਗੇ, ਕਿਵੇਂ ਦਿੱਲੀ ਤੋਂ ਅਨੰਦਪੁਰ ਸਾਹਿਬ ਆਏ ਹੋਣਗੇ। ਮੇਰੇ ਮਨ 'ਚ ਬੜੇ ਸਵਾਲ ਏਦਾਂ ਦੇ ਆਉਣੇ ਸ਼ੁਰੂ ਹੋਏ। ਫਿਰ ਹੌਲੀ ਹੌਲੀ ਮੈਂ ਉਹਨਾਂ ਬਾਰੇ ਜਾਣਨਾ ਸ਼ੁਰੂ ਕੀਤਾ, ਪਰ ਮੁਸ਼ਕਲਾਂ ਦੇਖੋ ਬਹੁਤ ਆਈਆਂ, ਕਿਉਂਕਿ ਪਰਟੀਕੂਲਰ ਕੁਛ ਵੀ ਏਦਾਂ ਦਾ ਮੈਨੂੰ ਬੁੱਕ ਨਹੀਂ ਸੀ ਮਿਲ ਰਹੀ ਜਿਹਦੇ ਵਿੱਚ ਸਾਰਾ ਕੁਝ ਡਿਟੇਲ ਹੋਵੇ, ਜਿਹਨੂੰ ਆਪਾਂ ਪ੍ਰਾਇਮਰੀ ਸੋਰਸ ਕਹਿੰਦੇ ਆ। ਕੋਈ ਏਦਾਂ ਦਾ ਮੈਨੂੰ ਪੱਕਾ ਨਹੀਂ ਮਿਲ ਰਿਹਾ ਸੀ ਕਿਤੋਂ। ਫਿਰ ਮੈਂ ਹੌਲੀ ਹੌਲੀ ਡਿਫਰੈਂਟ ਜਗ੍ਹਾ ਤੇ ਜਾਣਾ ਸ਼ੁਰੂ ਕੀਤਾ, ਲਾਇਬ੍ਰੇਰੀਆਂ ਤੇ ਜਿੱਥੇ ਜਿੱਥੇ ਮੈਨੂੰ ਪਤਾ ਲੱਗਦਾ ਸੀਗਾ ਮੈਂ ਉੱਥੇ ਜਾਣਾ ਸ਼ੁਰੂ ਕੀਤਾ। ਥੋੜਾ ਜਿੰਨਾ ਵੀ ਮੈਨੂੰ ਮਟੀਰੀਅਲ ਮਿਲਦਾ ਗਿਆ, ਮੈਂ ਉਹ ਕੜੀ ਨਾ ਕੜੀ ਜੋੜਦੀ ਗਈ।
ਤੇ ਉਸ ਤੋਂ ਬਾਅਦ ਮੈਨੂੰ ਇਹ ਲੱਗਾ ਕਿ ਇੰਨੇ ਵੱਡਾ ਮਹਾਨਾਇਕ ਹੈ ਇਹ, ਤੇ ਅਸੀਂ ਇੱਥੇ ਕਹਿ ਦਿੰਦੇ ਹਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਏ, ਉਹਨਾਂ ਦਾ ਇੱਕ ਪਹਿਲੂ ਦੇਖਦੇ ਆ ਤੇ ਬਾਕੀ ਤਾਂ ਅਸੀਂ ਕੁਝ ਵੀ ਨਹੀਂ ਦੇਖਿਆ। ਤੇ ਮੈਨੂੰ ਲੱਗਾ ਨਹੀਂ, ਮੈਨੂੰ ਇਹਨਾਂ ਤੇ PhD ਕਰਨੀ ਚਾਹੀਦੀ ਹੈ। ਮਤਲਬ ਇਹਨਾਂ ਦੇ ਜੋ ਗੁਣ ਹੈਗੇ ਆ, ਜੋ ਇਹ ਸ਼ਖਸੀਅਤ ਹੈ, ਇਹਨਾਂ ਨੂੰ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ। ਇਸ ਕਰਕੇ ਮੈਨੂੰ ਲੱਗਾ ਕਿ ਇਹਨਾਂ ਤੇ PhD ਕਰਨੀ ਚਾਹੀਦੀ ਹੈ। ਕਿੰਨਾ ਸਮਾਂ ਲੱਗਿਆ ਜੀ ਆਪ ਜੀ ਨੂੰ ਇਹ PhD ਦੇ ਸਫ਼ਰ ਵਾਸਤੇ? ਸਫ਼ਰ ਤਾਂ ਜਿਹੜਾ PhD ਦਾ ਜੀ ਉਹਨੂੰ ਲੱਗੇ 5 ਸਾਲ, ਪਰ ਮੈਂ 2 ਸਾਲ ਪਹਿਲਾਂ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਮਟੀਰੀਅਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਇਸ ਕਰਕੇ ਮੈਨੂੰ 7 ਸਾਲ ਲੱਗ ਗਏ ਇਸ ਚੀਜ਼ ਨੂੰ ਪੂਰੇ ਕਰਨ ਵਾਸਤੇ। ਜੀ, ਕੋਈ ਇਸ ਸਫ਼ਰ ਦੇ ਦੌਰਾਨ ਕੋਈ ਐਸੀਆਂ ਖਾਸ ਘਟਨਾਵਾਂ, ਐਸੇ ਖਾਸ ਪਹਿਲੂ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕਰਨਾ ਚਾਹੋ ਵੀ ਤੁਹਾਨੂੰ ਬਹੁਤ ਜ਼ਿਆਦਾ ਉਹਨਾਂ ਗੱਲਾਂ ਨੇ ਪ੍ਰਭਾਵਿਤ ਕੀਤਾ ਇਸ ਸਫ਼ਰ ਦੇ ਦੌਰਾਨ? ਇਸ ਸਫ਼ਰ ਦੇ ਦੌਰਾਨ ਤਾਂ ਦੇਖੋ ਸਭ ਤੋਂ ਜ਼ਿਆਦਾ ਤਾਂ ਮੈਨੂੰ ਮੁਸ਼ਕਲਾਂ ਹੀ ਆਈਆਂ, ਬਹੁਤ ਜ਼ਿਆਦਾ। ਬਾਕੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਹੱਥ ਸੀਗਾ ਸਿਰ ਤੇ, ਬਾਬਾ ਜੀ ਕਰਕੇ ਲਾ ਲਓ ਤੁਸੀਂ, ਬਾਬਾ ਜੀ ਜੀਵਨ ਸਿੰਘ ਕਰਕੇ ਲਾ ਲਓ, ਜਿਹੜੀਆਂ ਮੇਰੀਆਂ ਮੁਸ਼ਕਲਾਂ ਸੀ ਉਹ ਆਪੇ ਦੂਰ ਹੁੰਦੀਆਂ ਹੀ ਗਈਆਂ। ਏਦਾਂ ਮੈਨੂੰ ਰਾਹ ਅੱਗੇ ਦੀ ਅੱਗੇ ਮਿਲਦਾ ਹੀ ਗਿਆ। ਤਾਂ ਐਕਚੁਅਲੀ ਗੱਲ ਹੈ, ਜਦੋਂ ਕੋਈ ਯਾਤਰੀ ਸਫ਼ਰ ਵਾਸਤੇ ਨਿਕਲਦਾ ਤੇ ਕਦੀ ਸੱਜੇ ਤੇ ਕਦੀ ਖੱਬੇ, ਤੇ ਫਿਰ ਜਾਣਾ ਹੀ ਪੈਂਦਾ ਏਦਾਂ, ਤੇ ਉਹਨੂੰ ਮੰਜ਼ਿਲ ਤਾਂ ਮਿਲ ਹੀ ਜਾਂਦੀ ਹੈਗੀ ਹੈ। ਮੈਨੂੰ ਮੁਸ਼ਕਲਾਂ ਕਾਫੀ ਆਈਆਂ ਵੀ ਜੀ ਇਹਦੇ ਵਾਸਤੇ। ਜੀ ਤੇ ਇਸ ਜਿਹੜੀ ਤੁਹਾਡੀ ਖੋਜ ਹੈਗੀ ਆ, ਇਹਦਾ ਜਿਹੜਾ ਸੋਰਸਿਸ ਹੁੰਦੇ ਸੀ, ਤੁਸੀਂ ਇਕੱਲੇ ਘਰੇ ਬਹਿ ਕੇ ਕਿਤਾਬਾਂ ਪੜ੍ਹ ਕੇ, ਜਾਂ ਤੁਸੀਂ ਕਿਸੇ ਖਾਸ ਵਿਅਕਤੀ ਵਿਸ਼ੇਸ਼ ਨੂੰ ਵੀ ਮਿਲੇ ਵੀ ਤੁਹਾਨੂੰ ਕਾਫੀ ਮਸ਼ੱਕਤ ਕਰਨੀ ਪਈ ਹੋਵੇ, ਵੀ ਦੂਰ ਜਾਣਾ ਪਿਆ ਹੋਵੇ? ਹਾਂਜੀ, ਨਹੀਂ, ਖਾਸ ਘਰੇ ਬਹਿ ਕੇ ਤਾਂ ਬਿਲਕੁਲ ਵੀ ਵੀਰ ਜੀ ਇਹ ਕੰਮ ਨਹੀਂ ਹੋਇਆ। ਦੇਖੋ, ਮੈਂ ਲਾਇਬ੍ਰੇਰੀਆਂ ਗਈ, ਪਟਿਆਲਾ ਯੂਨੀਵਰਸਿਟੀ ਦੀ ਲਾਇਬ੍ਰੇਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਲਾਇਬ੍ਰੇਰੀ, ਅੰਮ੍ਰਿਤਸਰ SGPC ਦੀ, ਹਾਂਜੀ, ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਨਾ, ਮੇਰੀ ਆਪਣੀ ਯੂਨੀਵਰਸਿਟੀ ਜਿੱਥੋਂ ਮੈਂ ਕੀਤੀ ਹੈ ਸ਼੍ਰੀ ਕਾਸ਼ੀ ਯੂਨੀਵਰਸਿਟੀ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਉੱਥੋਂ ਦਿੱਲੀ, ਕੱਥੂ ਨੰਗਲ, ਮਤਲਬ ਹਰ ਜਗ੍ਹਾ ਤੇ ਜਾਣਾ ਪਿਆ। ਜਿੱਥੋਂ ਜਿੱਥੋਂ ਵੀ ਮੈਨੂੰ ਮਿਲਦੇ ਸੀਗੇ, ਜਿੱਥੋਂ ਵੀ ਮੈਨੂੰ ਕੋਈ ਕਹਿੰਦਾ ਸੀ ਵੀ ਇੱਥੇ ਉਹ ਨਿਹੰਗ ਸਿੰਘ ਹੈਗੇ ਹੈ ਜਾਂ ਇੱਥੋਂ ਮਿਲ ਸਕਦਾ ਤੁਹਾਨੂੰ ਕੁਛ, ਤਾਂ ਮੈਨੂੰ ਇੰਟਰਵਿਊਜ਼ ਵੀ ਲੈਣੀਆਂ ਪਈਆਂ, ਗੱਲਾਂ ਬਾਤਾਂ ਵੀ ਕਰਨੀਆਂ ਪਈਆਂ, ਪੜ੍ਹਨਾ ਵੀ ਪਿਆ। ਇੱਕ ਜਗ੍ਹਾ ਬਹਿ ਕੇ ਵੀਰ ਜੀ ਇਹ ਕੰਮ ਨਹੀਂ ਸੀ ਹੋਣ ਵਾਲਾ। ਜੀ, ਤੇ ਜਿਹੜੀ ਤੁਹਾਡੀ ਇਸ ਖੋਜ ਦਾ ਆਧਾਰ ਹੈ ਉਹ ਪ੍ਰਚਲਿਤ ਗੱਲਾਂ ਹੀ ਨੇ, ਜਾਂ ਤੁਸੀਂ ਕੁਝ ਹਟ ਕੇ ਵੀ ਗੱਲਾਂ ਜਿਹੜੀਆਂ ਇਸ ਤੁਹਾਡੀ ਖੋਜ ਦੇ ਵਿੱਚ ਸਾਹਮਣੇ ਆਈਆਂ ਨੇ? ਨਹੀਂ ਵੀਰ ਜੀ, ਮੇਰੀ ਖੋਜ ਦਾ ਜਿਹੜਾ ਆਧਾਰ ਹੈ ਮੇਨ, ਮੈਂ ਸਭ ਤੋਂ ਜ਼ਿਆਦਾ ਪ੍ਰਾਇਮਰੀ ਸੋਰਸਿਸ ਲਏ ਹੈ। ਮੈਂ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ, ਜਿੰਨੀ ਦੇਰ ਤੱਕ ਮੈਂ ਪ੍ਰਾਚੀਨ ਗ੍ਰੰਥ, ਪ੍ਰਾਚੀਨ ਪ੍ਰਾਇਮਰੀ ਸੋਰਸ ਨਹੀਂ ਪੜ੍ਹ ਲਏ ਹੈਗੇ ਹਨਾ, ਤੇ ਉਹਨਾਂ ਦਾ ਸਾਰਿਆਂ ਦਾ ਮੈਂ ਵੇਰਵਾ ਪਾਇਆ ਹੈਗਾ। ਸੋਰਸਿਸ ਮੇਰੇ ਸਾਰੇ ਪ੍ਰਾਇਮਰੀ ਯੂਜ਼ ਕੀਤੇ ਨੇ ਜ਼ਿਆਦਾ। ਇੱਕ ਜੇ ਆਪਾਂ ਇਸ ਇੰਟਰਵਿਊ ਦੇ ਦੌਰਾਨ ਇਹ ਕੁਐਸਚਨ ਨਾ ਕਰੀਏ, ਸ਼ਾਇਦ ਸਾਡੀ ਇੰਟਰਵਿਊ ਦਾ ਜਿਹੜਾ ਹੈ ਅਸਲ ਮਕਸਦ ਵੀ ਪੂਰਾ ਨਾ ਹੋਵੇ। ਬਾਬਾ ਜੀ ਦੇ ਜੀਵਨ ਸੰਬੰਧੀ ਕੁਝ ਮਤਭੇਦ ਹੈਗੇ ਆ, ਜਿਵੇਂ ਕਿ ਉਹਨਾਂ ਦੀ ਸ਼ਹਾਦਤ ਸੰਬੰਧੀ ਤੇ ਸ਼ਹਾਦਤ ਸਥਾਨ ਸੰਬੰਧੀ। ਇਸ ਸੰਬੰਧੀ ਤੁਹਾਡੀ ਖੋਜ ਕੀ ਕਹਿੰਦੀ ਹੈ? ਬਹੁਤ ਸਾਰੀਆਂ ਗੱਲਾਂ ਤਾਂ ਵੀਰ ਜੀ, ਇਹ ਗੱਲਾਂ ਦਾ ਜਵਾਬ ਮੇਰੀ ਕਿਤਾਬ ਆ ਰਹੀ ਹੈਗੀ ਹੈ, ਤੇ ਉਹ ਮੈਂ ਤੱਥਾਂ ਦੇ ਆਧਾਰ ਤੇ ਹੀ ਲਿਖੀ ਹੈ, ਪ੍ਰਾਇਮਰੀ ਸੋਰਸਿਸ ਦੇ ਆਧਾਰ ਤੇ ਹੀ ਲਿਖੀ ਹੋਈ ਹੈ। ਉਹਨਾਂ 'ਚ ਹੀ ਮੈਂ ਦੱਸੂਗੀ ਆਪਣੇ ਪਾਠਕਾਂ ਨੂੰ। ਜੀ ਹਾਂਜੀ, ਮੈਂ ਮੇਨ ਆਪਣੀ ਬੁੱਕ ਹੀ ਮੇਰੀ ਆ ਰਹੀ, ਬਹੁਤ ਜਲਦ ਆ ਰਹੀ ਹੈ, ਉਹ ਵੀ ਪਾਠਕ ਪੜ੍ਹਨਗੇ। ਇਹਦਾ ਮਤਲਬ ਹੈ ਕਿ ਸਾਨੂੰ ਉਦੋਂ ਤੱਕ ਇਹ ਜਿਹੜੇ ਭੇਦ ਜਾਣਨ ਵਾਸਤੇ ਤੁਹਾਡੀ ਕਿਤਾਬ ਦੀ ਵੇਟ ਕਰਨੀ ਪੈਣੀ ਹੈ? ਬਹੁਤ ਜਲਦ ਆ ਰਹੀ ਹੈ ਵੀਰ ਜੀ, ਬਹੁਤ ਜ਼ਿਆਦਾ ਵੇਟ ਨਹੀਂ ਕਰਨੀ ਪਏਗੀ ਜੀ। ਅੱਛਾ, ਇੱਕ ਇਤਿਹਾਸ ਲਿਖਣ ਦੇ ਵਿੱਚ ਨਾ ਕੁਝ ਮਕਸਦ ਹੋਇਆ ਕਰਦੇ ਆ, PhD ਦਾ ਕੁਝ ਮਕਸਦ ਹੋਇਆ ਕਰਦਾ। ਕੁਝ ਲੋਕ ਸਿਰਫ ਇਸ ਕਰਕੇ ਕਰਦੇ ਆ ਵੀ ਚਲੋ ਜੀ ਆਪਾਂ PhD ਕਰਨੀ ਹੈ, ਤੇ ਕੁਝ ਲੋਕ ਕਹਿੰਦੇ ਆ ਵੀ ਨਹੀਂ, ਮੇਰਾ ਤਾਂ ਇੱਕ ਖਾਸ ਮਿਸ਼ਨ ਹੈ ਵੀ ਇਸ ਕਰਕੇ ਕਰਨੀ ਹੈ। ਤੇ ਕੁਝ ਇਹ ਸੋਚਦੇ ਆ ਵੀ ਚਲੋ ਸਟੇਟ ਦੀ ਨੀਤੀ ਹੁੰਦੀ ਹੈ, ਕਈ ਵਾਰੀ ਤੁਹਾਨੂੰ ਪਤਾ ਸਟੇਟ ਵੀ ਆਪਣੇ ਡਾਕਟਰ ਜਾਂ ਪ੍ਰੋਫੈਸਰਾਂ ਕੋਲੋਂ ਕਹਿ ਦਿੰਦੇ ਆ ਵੀ ਇਸ ਤਰ੍ਹਾਂ ਦੀ ਕਿਤਾਬ ਲਿਖ ਦੇਵੋ। ਤੁਹਾਡਾ ਕੀ ਮਕਸਦ ਸੀਗਾ ਜੀ ਕਿਤਾਬ ਲਿਖਣ ਦਾ, ਸੌਰੀ PhD ਕਰਨ ਦਾ? ਵੀਰ ਜੀ, ਮੇਰਾ ਇੱਕ ਮਕਸਦ ਸੀ ਕਿ ਮੈਂ ਇਸ ਨਾਇਕ ਦੇ ਨਾਲ ਇਨਸਾਫ ਕਰਾਂ, ਕਿ ਇਹਦੇ ਜਿੰਨੇ ਗੁਣ ਹੈਗੇ ਆ ਉਹਨੂੰ ਸਾਹਮਣੇ ਲਿਆਂਦਾ ਜਾਵੇ। ਇੱਕੋ ਇੱਕ ਮਕਸਦ ਸੀ ਕਿ ਸਿਰਫ ਇੱਕ ਪਹਿਲੂ ਜਿਹੜਾ ਆਪਾਂ ਸਾਰਿਆਂ ਨੂੰ ਪਤਾ ਹੈ, ਜਿਹਦਾ ਆਪਾਂ ਸਤਿਕਾਰ ਕਰਦੇ ਹਾਂ, ਵੀ ਉਹ ਚੀਜ਼ ਨਾ ਹੋਵੇ, ਬਾਕੀ ਹਰ ਚੀਜ਼ ਬਾਰੇ ਲੋਕਾਂ ਨੂੰ ਪਤਾ ਹੋਵੇ ਵੀ ਇਹਨਾਂ ਨੇ ਹੋਰ ਕੀ ਕੀ ਕੁਰਬਾਨੀਆਂ ਕੀਤੀਆਂ ਹੋਈਆਂ।
ਤੇ PhD ਦੇ ਦੌਰਾਨ ਤੁਹਾਨੂੰ ਜਿਹੜੀਆਂ ਸ਼ਖਸੀਅਤਾਂ ਜਾਂ ਕੁਝ ਸੰਸਥਾਵਾਂ ਐਸੀਆਂ ਹੈਗੀਆਂ ਜਿਨ੍ਹਾਂ ਨੇ ਤੁਹਾਨੂੰ ਬਹੁਤ ਸਪੋਰਟ ਕੀਤੀ ਹੋਵੇ? ਹਾਂਜੀ, ਇਹ ਤਾਂ ਕਈ ਰਾਈਟਰਸ ਹੈਗੇ ਆ, ਜਿਵੇਂ ਕਿ ਨਰਿੰਦਰ ਸਿੰਘ ਆਰਫੀ ਹੈ, ਉਹਨਾਂ ਨੇ ਬੜੀ ਮਦਦ ਕੀਤੀ ਮੇਰੀ। ਇੱਕ ਬੂਟਾ ਸਿੰਘ ਪੰਡੋਰੀ ਜੀ ਹੈ, ਉਹਨਾਂ ਕੋਲ ਕਾਫੀ ਕਿਤਾਬਾਂ ਮੈਂ ਲਈਆਂ ਹੈਗੀਆਂ। ਏਦਾਂ ਮੈਨੂੰ ਆਪਣੇ ਆਪ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਰਾਹ ਖੁੱਲਦੇ ਗਏ। ਜਿਨ੍ਹਾਂ ਨੂੰ ਕੋਲ ਵੀ ਮੈਂ ਜਾਂਦੀ ਸੀ, ਉਹ ਮੇਰੀ ਮਦਦ ਕਰਦੇ ਸੀ ਜੀ। ਤੇ ਕੋਈ ਖਾਸ ਜਿਹੜਾ ਤੁਸੀਂ ਇਸ ਦੀ ਗੱਲਬਾਤ ਦੱਸਣਾ ਚਾਹੋ ਬਾਬਾ ਜੀ ਦੇ ਜੀਵਨ ਦੇ ਆਧਾਰਿਤ, ਕੋਈ ਖਾਸ ਪੱਖ, ਕੁਝ ਖਾਸ ਪਹਿਲੂ ਸਾਡੇ ਦਰਸ਼ਕਾਂ ਦੇ ਅੱਗੇ ਰੱਖਣਾ ਚਾਹੋ? ਹਾਂਜੀ, ਮੈਂ ਬਾਬਾ ਜੀ ਦੇ ਜਿਹੜਾ ਜੀਵਨ ਦੇ ਬਹੁਤ ਪਹਿਲੂ ਹੈ ਜਿਨ੍ਹਾਂ ਤੋਂ ਜਨਤਾ ਜਾਂ ਲੋਕ ਜਿਹੜੇ ਹੈਗੇ ਆ ਨਹੀਂ ਜਾਣੂ ਹੈਗੇ। ਇੱਕ ਪਹਿਲੂ ਉਹਨਾਂ ਦਾ ਉਹ ਹੈ ਕਿ ਉਹਨਾਂ ਨੇ ਸ਼੍ਰੀ ਗੁਰੂ ਕਥਾ ਦੀ ਰਚਨਾ ਕੀਤੀ ਜੀ, ਬੁੱਕ ਲਿਖੀ ਉਹਨਾਂ ਨੇ ਇੱਕ ਸ਼੍ਰੀ ਗੁਰੂ ਕਥਾ ਦੀ। ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਹ ਦਿਖਾ ਵੀ ਸਕਦੀ ਹਾਂ। ਇਹ ਉਹਨਾਂ ਦੀ ਹੱਥ ਲਿਖਤ ਕਿਤਾਬ ਹੈ ਜਿਹੜੀ ਮੇਰੇ ਕੋਲ ਆਈ ਹੈ। ਹਾਂਜੀ, ਇਹ ਆ ਦੇਖੋ, ਇਹ ਉਹਨਾਂ ਦਾ ਹੱਥ ਲਿਖਿਆ ਹੋਇਆ ਗ੍ਰੰਥ ਹੈ। ਉਹਨਾਂ ਦਾ ਆਪਣਾ ਹੱਥ ਲਿਖਿਆ ਹੋਇਆ, ਜਿਹੜਾ ਕਿ ਬਹੁਤ ਹੀ ਦੁਰਲਭ ਹੈ ਮਿਲਣਾ ਇਸ ਚੀਜ਼ ਦਾ। ਹਾਂਜੀ, ਇਹ ਇੱਕ ਤਰ੍ਹਾਂ ਦਾ ਜਸਟ ਲਾਈਕ ਇਹ ਪੱਤਿਆਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਕਲੀਅਰ ਦਿਖ ਰਿਹਾ ਹੈਗਾ ਵੀ ਪੱਤਿਆਂ ਦੇ ਉੱਪਰ ਲਿਖਿਆ ਹੋਇਆ। ਹਾਂ, ਇਹਦੇ ਵਿੱਚ ਉਹਨਾਂ ਨੇ ਬਹੁਤ ਕੁਝ ਖੋਲ ਕੇ ਰੱਖਿਆ ਹੋਇਆ ਹੈ। ਸਭ ਤੋਂ ਜ਼ਿਆਦਾ ਇਹਦੇ ਵਿੱਚ ਮੈਨੂੰ ਇੰਪੋਰਟੈਂਟ ਚੀਜ਼ ਇਹ ਲੱਗੀ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰਨ ਕੀਤਾ ਹੈਗਾ, ਮਤਲਬ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨੋਹ ਤੱਕ ਦਾ, ਕਿ ਕਿੱਦਾਂ ਦੇ ਗੁਰੂ ਗੋਬਿੰਦ ਸਿੰਘ ਜੀ ਦਿਖਦੇ ਸੀਗੇ, ਉਹਨਾਂ ਦੀਆਂ ਅੱਖਾਂ ਕਿੱਦਾਂ ਦੀਆਂ ਸੀ, ਉਹਨਾਂ ਦੇ ਹੱਥ ਕਿੱਦਾਂ ਦੇ ਸੀ, ਉਹ ਕਿਸ ਤਰ੍ਹਾਂ ਗੱਲ ਕਰਦੇ ਸੀਗੇ, ਇੱਕ ਇੱਕ ਵਾਲ ਕਿੱਦਾਂ ਦੇ ਸੀ, ਉਹਨਾਂ ਦੇ ਇੱਕ ਇੱਕ ਚੀਜ਼ ਬਾਰੇ ਉਹਨਾਂ ਬਾਰੇ ਦੱਸਿਆ ਗਿਆ ਹੈਗਾ। ਮਤਲਬ ਜੇ ਕੋਈ ਅੱਛਾ ਪੇਂਟਰ ਮਿਲੇ ਤੇ ਆਪਾਂ ਉਹਦੇ ਤੋਂ ਇਹ ਬਣਵਾਈਏ ਪੋਰਟਰੇਟ ਗੁਰੂ ਗੋਬਿੰਦ ਸਿੰਘ ਜੀ ਦਾ, ਤੇ ਸੰਜੀਵ ਰੂਪ ਨਿਕਲ ਕੇ ਸਾਹਮਣੇ ਆਏਗਾ ਗੁਰੂ ਗੋਬਿੰਦ ਸਿੰਘ ਜੀ। ਤੇ ਤੁਹਾਡੀ ਖੋਜ ਦੇ ਦੌਰਾਨ ਹੀ ਤੁਹਾਨੂੰ ਇਸ ਪੁਸਤਕ ਬਾਰੇ ਪਤਾ ਲੱਗਿਆ ਕਿ ਇਹ ਬਾਬਾ ਜੀ ਦੀ ਲਿਖੀ ਹੋਈ ਪੁਸਤਕ ਹੈਗੀ ਹੈ, ਜਾਂ ਤੁਹਾਨੂੰ ਪਹਿਲੇ ਪਤਾ ਲੱਗ ਗਿਆ ਸੀਗਾ ਜੀ? ਨਹੀਂ, ਮੈਨੂੰ ਖੋਜ ਦੇ ਦੌਰਾਨ ਹੀ ਪਤਾ ਲੱਗਾ। ਇਹ ਜਿੱਦਾਂ ਜਿੱਦਾਂ ਮੇਰੀ ਖੋਜ ਵੱਧਦੀ ਗਈ, ਉਦਾਂ ਉਦਾਂ ਮਤਲਬ ਹੋਰ ਮੈਨੂੰ ਰਸਤੇ ਜਿਹੜੇ ਮਿਲਦੇ ਗਏ, ਮੈਨੂੰ ਬਾਬਾ ਜੀ ਬਾਰੇ ਹੋਰ ਨੌਲੇਜ ਹੁੰਦੀ ਗਈ, ਹੋਰ ਜ਼ਿਆਦਾ ਕੁਝ ਮੈਨੂੰ ਜਿਹੜਾ ਸੀ ਪਤਾ ਲੱਗਦਾ ਗਿਆ। ਫਿਰ ਮੈਂ ਇਹ ਬੁੱਕ ਮੈਨੂੰ ਕਿਸੇ ਤਰੀਕੇ ਦੇ ਨਾਲ ਮਿਲੀ, ਤਾਂ ਫਿਰ ਮੈਂ ਕੀਤਾ। ਇਹਦਾ ਮੈਂ ਡਿਜੀਟਲ ਵੀ ਬਣਾ ਲਿਆ ਹੈਗਾ, ਕਿਉਂਕਿ ਇਹ ਬਹੁਤ ਜ਼ਿਆਦਾ ਪ੍ਰਾਚੀਨ ਹੈ, ਬਹੁਤ ਵਿਰਿੱਧ ਹੈ, ਇਸ ਕਰਕੇ ਇਹਦੀ ਮੈਂ ਇੱਕ ਐਲਬਮ ਤਿਆਰ ਕਰਵਾਈ ਹੈਗੀ ਹੈ, ਜਿਹੜੀ ਕਿ ਮੈਂ ਆਮ ਜਿਵੇਂ ਲੋਕ ਮੇਰੇ ਕੋਲ ਆਉਂਦੇ ਮੈਂ ਦਿਖਾ ਸਕਾਂ। ਆ ਦੇਖੋ, ਇਹ ਮੈਂ ਡਿਜੀਟਲ ਬਣਾਈ, ਇਹਦੇ ਨਾਲ ਪੜ੍ਹਿਆ ਜਾਂਦਾ ਹੈ ਆਸਾਨੀ ਦੇ ਨਾਲ। ਇਹਦੇ ਵਿੱਚ ਪਹਿਲੇ 10 ਗੁਰੂਆਂ ਦਾ ਵੀ ਜਿਹੜੇ ਵਰਣਨ ਹੈਗਾ ਵੀ ਉਹਨਾਂ ਦੀ ਨੇਚਰ ਕਿੱਦਾਂ ਦੀ ਸੀ, ਡਿਫਰੈਂਟ ਨੇਚਰ ਸੀ, ਇੱਕ ਦੂਜੇ ਤੋਂ ਕਿੱਦਾਂ ਵੱਖ ਸੀਗੇ, ਉਸ ਚੀਜ਼ ਦਾ ਵਰਣਨ ਕੀਤਾ ਗਿਆ ਹੈਗਾ। ਇਹਦੇ ਵਿੱਚ ਅੱਖੀ ਡਿੱਠਾ ਭੰਗਾਨੀ ਦੇ ਯੁੱਧ ਦਾ ਵਰਣਨ ਕੀਤਾ ਗਿਆ ਹੈਗਾ, ਹਰ ਚੀਜ਼ ਦਾ ਵਰਣਨ ਕੀਤਾ ਹੈ। ਅੰਮ੍ਰਿਤ ਵਿਧੀ ਦਾ ਵਰਣਨ ਕੀਤਾ ਗਿਆ ਹੈ, ਕਿਸ ਤਰ੍ਹਾਂ ਅੰਮ੍ਰਿਤ ਛਕਾਇਆ ਗਿਆ ਸੀਗਾ, ਉਹਦੀ ਰਹਿਤ ਮਰਿਆਦਾ ਕੀ ਸੀ, ਕੋਡ ਕੰਡਕਟ ਕੀ ਸੀਗੇ, ਸਾਰਾ ਕੁਝ ਇਹਦੇ ਵਿੱਚ ਵਰਣਨ ਕੀਤਾ ਗਿਆ। ਤੁਸੀਂ ਸ਼ਰਮਾ ਪਰਿਵਾਰ ਨੂੰ ਬਿਲੋਂਗ ਕਰਦੇ ਹੋ। ਜਦੋਂ ਤੁਸੀਂ ਇਹ ਕਿਤਾਬ ਲਿਖ ਰਹੇ ਸੀਗੇ, ਉਦੋਂ ਤੁਹਾਨੂੰ ਤੁਹਾਡੇ ਕਿਸੇ ਫੈਮਿਲੀ ਮੈਂਬਰ ਜਾਂ ਕਿਸੇ ਪਰਿਵਾਰਕ ਨੇ ਨਹੀਂ ਕਿਹਾ ਵੀ ਤੁਸੀਂ ਕਿਹੜੇ ਪਾਸੇ ਹੋ, ਕੋਈ ਹੋਰ ਕਿਤਾਬ ਆਪਣੇ ਧਰਮ ਨਾਲ ਸੰਬੰਧਿਤ ਉਹਦੇ ਤੇ PhD ਕਰੋ? ਇਹਦੇ ਤੇ ਤਾਂ ਮੈਂ ਇੱਕੋ ਗੱਲ ਹੀ ਕਹੂੰਗੀ, ਮਾਨਸ ਕੀ ਜਾਤ ਸਭ ਏਕੇ ਪਹਿਚਾਨ ਹੋ ਜੀ। ਤੇ ਕਿਉਂਕਿ ਮੈਨੂੰ ਪਤਾ ਸੀ ਵੀ ਕਈ ਕੁਐਸਚਨ ਆਉਂਦੇ ਸੀ, ਟਿੱਪਣੀਆਂ ਲੋਕੀ ਪੁੱਛਦੇ ਤਾਂ ਹੈਗੇ ਆ ਵੀ ਤੁਹਾਡਾ ਕੋਈ ਖਾਸ ਕਾਰਨ ਹੋਊਗਾ, ਪਰ ਤੁਸੀਂ ਜੋ ਗੁਰੂ ਸਾਹਿਬ ਦੇ ਬਚਨਾਂ ਨੂੰ ਕਿਹਾ, ਮਾਨਸ ਕੀ ਜਾਤ ਸਭ ਏਕੈ ਪਹਿਚਾਨਬੋ, ਤੇ ਅਸੀਂ ਜਿਹੜੀ ਤੁਸੀਂ ਇਹ ਸਾਨੂੰ ਸ਼੍ਰੀ ਗੁਰੂ ਕਥਾ ਕਹੀ ਹੈ, ਇਹਦੀ ਅਥੈਂਟਿਸਿਟੀ ਕੀ ਹੈ ਜੀ? ਇੱਕ ਤਾਂ ਇਹ ਬਹੁਤ ਪ੍ਰਾਚੀਨ ਹੈ, ਪੱਤਿਆਂ ਤੇ ਲਿਖੀ ਹੋਈ ਹੈ, ਇੱਕੋ ਹੀ ਸਿਆਹੀ ਨਾਲ ਲਿਖੀ ਹੋਈ ਹੈ, ਇੱਕੋ ਹੀ ਹੈਂਡ ਰਾਈਟਿੰਗ ਹੈ। ਔਰ ਦੇਖੋ, ਜਦੋਂ ਕੋਈ ਵੀ ਰਾਈਟਰ ਬੁੱਕ ਲਿਖਦਾ, ਸਭ ਤੋਂ ਪਹਿਲਾਂ ਤਾਂ ਬਹੁਤ ਵੱਡੇ ਅਕਸ਼ਰਾਂ 'ਚ ਅਸੀਂ ਆਪਣਾ ਨਾਂ ਲਿਖਦੇ ਹਾਂ ਜੀ, ਅਸੀਂ ਆਹ ਕਿਤਾਬ ਲਿਖ ਰਹੇ ਹਾਂ, ਹਨਾ। ਇਹਦੇ ਵਿੱਚ ਸਿਵਾਏ ਭਾਈ ਜੈਤਾ ਜੀ ਤੋਂ ਹੋਰ ਕਿਸੇ ਦਾ ਨਾਂ ਨਹੀਂ ਹੈ। ਇਹਦੇ ਵਿੱਚ 13 ਵਾਰੀ ਭਾਈ ਜੈਤਾ ਕਰਕੇ ਜ਼ਿਕਰ ਆਇਆ ਤੇ 5 ਵਾਰੀ ਜੀਵਨ ਸਿੰਘ ਦਾ ਜ਼ਿਕਰ ਆਇਆ ਹੈਗਾ। ਮਤਲਬ ਅੰਮ੍ਰਿਤ ਛਕਣ ਤੋਂ ਬਾਅਦ ਉਹ ਜੀਵਨ ਸਿੰਘ ਬਣੇ ਸੀ, ਬਾਬਾ ਜੀਵਨ ਸਿੰਘ ਜੀ। ਜੀ। ਹਾਂਜੀ। ਤੇ ਤੁਹਾਡੇ ਜਿਹੜੇ ਭਵਿੱਖ ਦੇ ਵਿੱਚ ਕੁਝ ਖਾਸ ਹੋਰ ਵਿਸ਼ਿਆਂ ਦੇ ਉੱਤੇ ਤੁਸੀਂ ਖੋਜ ਦਾ ਤੁਸੀਂ ਰਾਹ ਚੁਣਿਆ ਹੋਵੇ ਵੀ ਮੈਂ ਇਸ ਵਿਸ਼ੇ ਦੇ ਉੱਤੇ ਕੋਈ ਖਾਸ ਪਲਾਨਿੰਗ ਹੋਵੇ ਤੁਹਾਡੀ ਭਵਿੱਖ ਦੀ ਜੀ? ਹਾਂਜੀ ਵੀਰ ਜੀ, ਮੈਂ
ਅਗਰ ਸੱਚੇ ਪਾਤਸ਼ਾਹ ਨੇ ਚਾਹਿਆ, ਗੁਰੂ ਨਾਨਕ ਦੇਵ ਜੀ ਨੇ ਚਾਹਿਆ, ਮੇਰੇ ਨੂੰ ਬਲ ਬਖਸ਼ਿਆ ਉਹਨਾਂ ਨੇ, ਤੇ ਸਿੱਖ ਇਤਿਹਾਸ ਦੇ ਹੋਰ ਵੀ ਜਿਹੜੇ ਅਣਗੌਲੇ ਪਾਤਰ ਹੈਗੇ ਹੈ ਜਾਂ ਜਿਹੜੇ ਅਣਗੌਲੇ ਹੀਰੋ ਹੈਗੇ ਹੈ, ਜਿੱਦਾਂ ਕਿ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਮੈਂ ਇਹਨਾਂ ਤੇ ਵੀ ਕੰਮ ਕਰਨਾ ਚਾਹੁੰਦੀ ਹਾਂ। ਔਰ ਗੁਰੂ ਸਾਹਿਬਾਨਾਂ ਤੋਂ ਬਾਅਦ ਵਾਲੇ, ਮਤਲਬ ਬਾਅਦ ਦੇ ਇਤਿਹਾਸ ਤੋਂ ਬਾਅਦ ਜਿਹੜੇ ਪਾਤਰ ਆਉਂਦੇ ਹੈ, ਜਿਵੇਂ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਤੇ ਮੈਂ ਉਹਨਾਂ ਤੇ ਕੰਮ ਕਰਨਾ ਚਾਹੁੰਦੀ ਹਾਂ। ਹਾਂਜੀ, ਉਹਨਾਂ ਤੇ ਮੇਰੀ ਪਹਿਲ ਦੇ ਆਧਾਰ ਤੇ ਕੰਮ ਕਰੂੰਗੀ। ਅੱਛਾ, ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਪ੍ਰਭਾਵਿਤ ਹੋ ਜੀ? ਬਿਲਕੁਲ ਜੀ, ਮੈਂ ਨਾ ਹੁਣ ਉਹਨਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ ਹੈਗਾ, ਬਹੁਤ ਜ਼ਿਆਦਾ ਤਾਂ ਨਹੀਂ, ਹੁਣ ਮੈਂ ਸ਼ੁਰੂ ਕਰੂੰਗੀ ਇਸ ਚੀਜ਼ ਤੋਂ ਬਾਅਦ। ਬਹੁਤ ਪ੍ਰਭਾਵਿਤ ਹੈ। ਮੈਂ ਚਾਹੁੰਦੀ ਹਾਂ ਕਿ ਜਿਹੜੇ ਹਿੰਦੂ ਲੋਕਾਂ ਦੇ ਵਿੱਚ ਗਲਤ ਫਹਿਮੀਆਂ ਹੈ, ਜੇ ਕਿਸੇ ਤਰੀਕੇ ਦੇ ਨਾਲ ਉਹ ਦੂਰ ਕਰ ਸਕੀਏ, ਵੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾ ਹੈ ਨਾ ਕੋਈ ਹੋ ਸਕਦਾ। ਮੈਂ ਜ਼ਰੂਰ ਇਹ ਕੰਮ ਕਰਨਾ ਚਾਹੂੰਗੀ, ਇਹ ਮੇਰੀ ਇੱਛਾ ਹੈ, ਇਹ ਮੇਰੀ ਦਿਲੀ ਇੱਛਾ ਹੈ। ਕੀ ਬਾਤ ਹੈ ਜੀ। ਤੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਤੁਸੀਂ ਆਪਣੇ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ। ਹਾਂਜੀ, ਕੋਈ ਖਾਸ ਮੈਸੇਜ ਤੁਸੀਂ ਅੱਜ ਦੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਕੋਈ ਖਾਸ ਮੈਸੇਜ ਦੇਣਾ ਚਾਹੋ? ਹਾਂਜੀ, ਮੈਂ ਮੈਸੇਜ ਦੇਣਾ ਚਾਹੁੰਦੀ ਹਾਂ, ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਆਪਣੇ ਭਰਾਵਾਂ ਨੂੰ, ਆਪਣੀਆਂ ਭੈਣਾਂ ਨੂੰ, ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਹੈ ਜਾਂ ਨਗਰਾਂ ਦੇ ਵਿੱਚ ਰਹਿੰਦੇ ਹੈਗੇ ਆ। ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਸਭ ਕੁਝ ਖਤਮ ਕਰ ਦਿੱਤੀ ਸੀ। ਆਪਣੇ ਸਿੱਖ ਧਰਮ ਦੇ ਵਿੱਚ ਇਹਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਜਾਤ ਪਾਤ ਦਾ। ਔਰ ਗੁਰਦੁਆਰੇ ਪਿੰਡਾਂ ਦੇ ਵਿੱਚ ਬਹੁਤ ਬਣੇ ਹੋਏ ਹੈ। ਮੈਂ ਇਹ ਬੇਨਤੀ ਕਰਦੀ ਹਾਂ ਉਹਨਾਂ ਨੂੰ, ਇਹ ਸੰਦੇਸ਼ ਦਿੰਦੀ ਹੈ, ਬੇਨਤੀ ਕਰਦੀ ਕਿ ਹਰ ਪਿੰਡ, ਹਰ ਨਗਰ ਦੇ ਵਿੱਚ ਇੱਕ ਗੁਰਦੁਆਰਾ ਕਰ ਲਓ। ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ ਕੋਈ ਗੁਰਦੁਆਰਾ ਨਹੀਂ ਹੋਣਾ ਚਾਹੀਦਾ। ਅਸੀਂ ਸਾਰੇ ਇੱਕ ਹੈ, ਸਾਨੂੰ ਸਾਡੇ ਗੁਰੂਆਂ ਨੇ ਇੱਕ ਬਣਾਇਆ ਹੈਗਾ, ਤੇ ਅਸੀਂ ਸਿਰਫ ਸਿੱਖ ਹੈ। ਇੱਕ ਗੁਰਦੁਆਰਾ ਹੋਣਾ ਚਾਹੀਦਾ। ਮੇਰਾ ਇਹੀ ਸੰਦੇਸ਼ ਹੈ, ਮੇਰੀ ਇਹੀ ਬੇਨਤੀ ਹੈ, ਹੱਥ ਜੋੜ ਕੇ ਮੇਰੀ ਬੇਨਤੀ ਹੈ। ਜੇ ਕੋਈ ਹੋਰ ਤੁਸੀਂ ਖਾਸ ਗੱਲ ਕਹਿਣੀ ਚਾਹੁੰਦੇ ਹੋ? ਨਹੀਂ ਜੀ, ਬਸ ਮੇਰੀ ਇਹੀ ਬੇਨਤੀ ਹੈ ਕਿ ਸਿੱਖ ਧਰਮ ਜੋ ਸਾਨੂੰ ਸਿਖਾ ਗਿਆ ਹੈਗਾ, ਜੋ ਹੈ, ਸਾਨੂੰ ਉਹੀ ਰਹਿਣਾ ਚਾਹੀਦਾ, ਉਹੀ ਅਡਾਪਟ ਕਰਨਾ ਚਾਹੀਦਾ, ਸਾਨੂੰ ਇੱਕ ਬਣਨਾ ਚਾਹੀਦਾ, ਬਸ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਬਿਜੀ ਸਕੈਜੂਲ ਵਿੱਚੋਂ ਸਾਨੂੰ ਸਮਾਂ ਦਿੱਤਾ, ਤੇ ਅਸੀਂ ਅਰਦਾਸ ਵੀ ਕਰਦੇ ਹਾਂ ਵੀ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਵੋ। ਜੋ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਵੋ ਦੇ ਮਿਸ਼ਨ ਨੂੰ ਲੈ ਕੇ ਤੁਸੀਂ ਤੁਰੇ ਹੋਏ ਹੋ, ਤੇ ਜਿਹੜੇ ਭਾਈਚਾਰੇ ਨਾਲ ਸੰਬੰਧਿਤ ਤੁਸੀਂ ਖਾਸ ਕਰਕੇ ਬਾਬਾ ਜੀਵਨ ਸਿੰਘ ਜੀ ਦੇ ਉੱਤੇ ਏਡੀ ਵੱਡੀ ਪ੍ਰਾਪਤੀ ਕੀਤੀ ਹੈ, ਉਹਦੇ ਲਈ ਪੰਜਾਬੀ ਲੋਕ ਚੈਨਲ ਤੁਹਾਨੂੰ ਵਧਾਈ ਵੀ ਦਿੰਦਾ ਹੈ ਤੇ ਅਰਦਾਸ ਕਰਦਾ ਹੈ ਕਿ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਥੈਂਕ ਯੂ ਸੋ ਮਚ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।